ਵੈਰੀ ਗੁੱਡ ਆਫਟਰਨੂਨ 8th ਕਲਾਸ ਬੱਚੋ। ਅੱਜ ਅਸੀਂ ਪਾਠ 3 ਰੁੱਖਾਂ ਦਾ ਡਾਕਟਰ ਰੁੱਖਾਂ ਦਾ ਰਾਖਾ ਡਾਕਟਰ ਯਮਾਨੂ ਨੂੰ ਪੜ੍ਹਾਂਗੇ। ਪਿਆਰੇ ਬੱਚੋ, ਇਹ ਇੱਕ ਲੇਖ ਹੈ ਤੇ ਇਸ ਇਸ ਪਾਠ ਦੇ ਲੇਖਕ ਦਾ ਨਾਮ ਹੈ ਮਨਮੋਹਨ ਸਿੰਘ ਦਾਊ। ਲੇਖਕ ਦਾ ਕੀ ਨਾਮ ਹੈ ਬੱਚੋ? ਮਨਮੋਹਨ ਸਿੰਘ ਦਾਊ। ਇਸ ਪਾਠ ਵਿੱਚ ਦੱਸਿਆ ਗਿਆ ਹੈ ਕਿ ਡਾਕਟਰ ਯਮਾਨੂ ਵਾਂਗ ਰੁੱਖਾਂ ਦੀ ਦੇਖਭਾਲ ਕਰਨ ਲਈ ਅੱਗੇ ਆਓ। ਧਰਤੀ 'ਤੇ ਰੁੱਖ ਨਾ ਰਹੇ ਤਾਂ ਮਨੁੱਖ ਵੀ ਨਹੀਂ ਰਹੇਗਾ। ਇਸ ਲਈ ਵੱਧ ਤੋਂ ਵੱਧ ਰੁੱਖ ਲਾਓ ਤੇ ਜੀਵਨ ਨੂੰ ਬਚਾਓ। ਬੱਚੋ, ਰੁੱਖਾਂ ਦਾ ਡਾਕਟਰ ਰਾਖਾ ਡਾਕਟਰ ਯਮਾਨੂ। ਪਾਠ ਦੇ ਲੇਖਕ ਦਾ ਨਾਮ ਮਨਮੋਹਨ ਸਿੰਘ ਦਾਊ ਹੈ। ਬੱਚੋ, ਇਸ ਪਾਠ ਵਿੱਚ ਲੇਖਕ ਨੇ ਦੱਸਿਆ ਹੈ ਕਿ ਸਾਨੂੰ ਸਭ ਨੂੰ ਡਾਕਟਰ ਯਮਾਨੂ ਵਾਂਗ ਰੁੱਖਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਧਰਤੀ 'ਤੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣੇ ਚਾਹੀਦੇ ਹਨ। ਅਗਰ ਇਸ ਧਰਤੀ 'ਤੇ ਰੁੱਖ ਨਾ ਰਹੇ ਤਾਂ ਮਨੁੱਖ ਵੀ ਨਹੀਂ ਰਹੇਗਾ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤੇ ਜੀਵਨ ਨੂੰ ਬਚਾਉਣਾ ਚਾਹੀਦਾ ਹੈ। ਬੱਚੋ, ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਅੱਜ ਦਾ ਸਮਾਂ ਹੈ, ਇਸ ਵਿੱਚ ਸਭ ਤੋਂ ਜ਼ਿਆਦਾ ਪੋਲੂਸ਼ਨ ਹੈ। ਪੋਲੂਸ਼ਨ ਦਾ ਕਾਰਨ ਕੀ ਹੈ ਕਿ ਰੁੱਖਾਂ ਦੀ ਵੱਧ ਤੋਂ ਵੱਧ ਕਟਾਈ। ਹਰ ਇੱਕ ਮਨੁੱਖ ਆਪਣੇ ਲਾਲਚ ਦੇ ਲਈ ਰੁੱਖਾਂ ਨੂੰ ਕੱਟ ਕੇ ਵੱਡੀਆਂ ਫੈਕਟਰੀਆਂ, ਵੱਡੇ ਮਕਾਨ ਪਾਏ ਜਾ ਰਹੇ ਹਨ, ਜਿਸ ਦੇ ਨਾਲ ਸਾਡੇ ਜਿਹੜਾ ਵਾਤਾਵਰਨ ਹੈ ਉਹ ਪ੍ਰਦੂਸ਼ਿਤ ਹੋ ਰਿਹਾ। ਤੇ ਇਸ ਪਾਠ ਵਿੱਚ ਸਾਨੂੰ ਡਾਕਟਰ ਯਮਾਨੂ ਬਾਰੇ ਕੀ ਪਤਾ ਚੱਲਦਾ ਹੈ, ਉਸਨੇ ਕਿਵੇਂ ਰੁੱਖਾਂ ਦੀ ਦੇਖਭਾਲ ਕੀਤੀ, ਇਸ ਵਿੱਚ ਸਾਨੂੰ ਪਤਾ ਚੱਲੇਗਾ। ਤੁਸੀਂ ਸਾਰੇ ਬੱਚੇ ਮੇਰੇ ਨਾਲ ਆਪਣੀ ਬੁੱਕ ਵਿੱਚੋਂ ਇਹ ਪਾਠ ਵੀ ਪੜ੍ਹੋਗੇ। ਬੰਦਿਆਂ, ਜਾਨਵਰ ਤੇ ਪਸ਼ੂ ਪੰਛੀਆਂ ਨੂੰ ਦਵਾਈ ਬੂਟੀ ਦੇ ਕੇ ਬਚਾਉਣ ਵਾਲੇ ਡਾਕਟਰ ਤਾਂ ਬਹੁਤ ਹਨ, ਪਰੰਤੂ ਰੁੱਖਾਂ ਨੂੰ ਜਿਉਂਦੇ ਕਰਨ ਵਾਲਾ, ਰੋਗ ਰਹਿਤ ਕਰਨ ਵਾਲਾ ਤੇ ਸਾਂਭ ਸੰਭਾਲ ਕਰਨ ਵਾਲਾ ਇੱਕ ਡਾਕਟਰ ਹੈ। ਉਸ ਦਾ ਨਾਂ ਹੈ ਯਮਾਨੂ। ਜਾਪਾਨ ਦੇਸ਼ ਵਿੱਚ 1900 ਈਸਵੀ ਵਿੱਚ ਓਸਾਕਾ ਵਿੱਚ ਜਨਮਿਆ। ਉਸ ਨੂੰ ਪਰਬਤਾਂ ਅਤੇ ਰੁੱਖਾਂ ਨਾਲ ਅਥਾਹ ਪਿਆਰ ਸੀ। ਅਥਾਹ ਕੀ ਹੁੰਦਾ? ਬਹੁਤ ਜ਼ਿਆਦਾ। ਅਥਾਹ ਨੂੰ ਸਾਰੇ ਬੱਚੇ ਅੰਡਰਲਾਈਨ ਕਰਨਗੇ ਤੇ ਲਿਖਣਗੇ ਬਹੁਤ ਜ਼ਿਆਦਾ ਪਿਆਰ ਸੀ। ਉਸ ਨੂੰ ਆਪਣਾ ਮੁੱਢਲਾ ਜੀਵਨ ਸਮੁੰਦਰੋਂ ਪਾਰ ਵਣ ਪ੍ਰਬੰਧਨ ਵਿੱਚ ਕੰਮ ਕਰਦਿਆਂ ਗੁਜ਼ਾਰਿਆ। ਉਸ ਨੇ ਖੋਜ ਕੀਤੀ ਕਿ ਰੁੱਖ ਮਨੁੱਖ ਲਈ ਹੀ ਨਹੀਂ, ਸਗੋਂ ਹੋਰ ਕਿੰਨੇ ਵੀ ਜੀਵ ਜੰਤੂਆਂ ਲਈ ਜੀਵਨ ਦਾਤੇ ਹਨ, ਜੀਵਨ ਦਾਤੇ, ਜੀਵਨ ਪ੍ਰਦਾਨ ਕਰਨ ਵਾਲੇ। ਉਸ ਨੇ ਅਧਿਐਨ ਕੀਤਾ, ਨਿਰੀਖਣ ਕੀਤਾ ਕਿ ਰੁੱਖਾਂ ਆਪਣੀ ਜੜ੍ਹਾਂ ਵਿੱਚ ਪਾਣੀ ਕਿਵੇਂ ਜਮ੍ਹਾਂ ਕਰਕੇ ਰੱਖਦੇ ਹਨ। ਰੁੱਖ ਬੱਚੋ, ਆਪਣੀ ਜੜ੍ਹਾਂ ਵਿੱਚ ਅਸੀਂ ਕਿਸੇ ਵੀ ਰੁੱਖ ਨੂੰ ਪਾਣੀ ਦੇਈਏ, ਥੋੜ੍ਹੇ ਬਾਅਦ ਅਸੀਂ ਦੇਰ ਬਾਅਦ ਕੀ ਵੇਖਦੇ ਹਾਂ ਕਿ ਜਿਹੜਾ ਰੁੱਖ ਦਾ ਪਾਣੀ ਹੈ ਉਹ ਖਤਮ ਹੋ ਗਿਆ ਹੈ। ਕਾਰਨ ਕਿਉਂਕਿ ਜਿਹੜੇ ਰੁੱਖ ਹਨ ਉਹ ਆਪਣੀ ਜੜ੍ਹਾਂ ਦੇ ਵਿੱਚ ਪਾਣੀ ਨੂੰ ਸੋਖ ਲੈਂਦੇ ਹਨ। ਸਾਨੂੰ ਹੜ੍ਹਾਂ ਤੋਂ ਉਹ ਕਿਵੇਂ ਬਚਾਉਂਦੇ ਹਨ, ਆਕਸੀਜਨ ਕਿਵੇਂ ਪੈਦਾ ਕਰਦੇ ਹਨ, ਜਿਹੜੀ ਮਨੁੱਖ ਦੇ ਸਾਹ ਲੈਣ ਲਈ ਬੇਹੱਦ ਜ਼ਰੂਰੀ ਹੈ। ਉਸ ਨੇ ਆਪਣਾ ਜੀਵਨ ਹੀ ਰੁੱਖਾਂ ਲਈ ਲੇਖੇ ਲਾ ਦਿੱਤਾ, ਸਮਰਪਿਤ ਕਰ ਦਿੱਤਾ। ਆਪਣਾ ਜੀਵਨ ਕਿਸੇ ਦੂਸਰੇ ਬੰਦੇ ਦੇ ਲਈ ਸਮਰਪਿਤ ਕਰ ਦੇਣਾ, ਬਲੀਦਾਨ ਕਰ ਦੇਣਾ, ਉਸ ਨੂੰ ਹੁੰਦਾ ਲੇਖੇ ਲਾ ਦਿੱਤਾ। ਉਹ ਰੁੱਖਾਂ ਦੀਆਂ ਰੂਹਾਂ ਦੀ ਆਵਾਜ਼ ਸੁਣ ਸਕਦਾ ਸੀ, ਰੁੱਖਾਂ ਦੇ ਦਰਦ ਨੂੰ ਸਮਝ ਸਕਦਾ ਸੀ। ਦਰਦ ਕੀ ਹੁੰਦਾ? ਦੁੱਖ, ਤਕਲੀਫ। ਬੰਦਿਆਂ, ਜਾਨਵਰਾਂ ਤੇ ਪਸ਼ੂ ਪੰਛੀਆਂ ਵਾਂਗ ਦਵਾਈ ਬੂਟੀ ਦੇ ਕੇ ਬਚਾਉਣ ਵਾਲੇ ਡਾਕਟਰ ਤਾਂ ਬਹੁਤ ਹਨ, ਪਰ ਰੁੱਖਾਂ ਨੂੰ ਜੀਵਿਤ ਕਰਨ ਵਾਲਾ, ਰੋਗ ਰਹਿਤ ਕਰਨ ਵਾਲਾ, ਉਹਨਾਂ ਦੀ ਸੰਭਾਲ ਕਰਨ ਵਾਲਾ ਇੱਕ ਡਾਕਟਰ ਹੈ। ਉਸ ਦਾ ਨਾਂ ਹੈ ਡਾਕਟਰ ਯਮਾਨੂ। ਜਾਪਾਨ ਦੇਸ਼ ਵਿੱਚ 1900 ਈਸਵੀ ਓਸਾਕਾ ਵਿੱਚ ਜਨਮਿਆ। ਉਸ ਨੂੰ ਪਰਬਤਾਂ ਨਾਲ, ਰੁੱਖਾਂ ਨਾਲ ਬੜਾ ਪਿਆਰ ਸੀ। ਉਸ ਨੇ ਆਪਣਾ ਮੁੱਢਲਾ ਜੀਵਨ ਸਮੁੰਦਰੋਂ ਪਾਰ ਵਣ ਪ੍ਰਬੰਧਨ, ਵਣਾਂ ਦੀ ਦੇਖਭਾਲ ਵਿੱਚ ਹੀ ਗੁਜ਼ਾਰਿਆ।
ਉਸਨੇ ਖੋਜ ਕੀਤੀ ਕਿ ਮਨੁੱਖ ਲਈ ਹੀ ਨਹੀਂ ਸਗੋਂ ਹੋਰ ਕਿੰਨੇ ਹੀ ਜੀਵ ਜੰਤੂਆਂ ਲਈ ਰੁੱਖ ਜੀਵਨ ਦਾਤੇ ਹਨ। ਉਸਨੇ ਅਧਿਐਨ ਕੀਤਾ ਕਿ ਰੁੱਖ ਆਪਣੀ ਜੜ੍ਹਾਂ ਵਿੱਚ ਪਾਣੀ ਨੂੰ ਸੋਖ ਲੈਂਦੇ ਹਨ ਤੇ ਪਾਣੀ ਨੂੰ ਸੋਖ ਕੇ ਉਹ ਹੜ੍ਹਾਂ ਕੀ ਹੁੰਦਾ? ਬਾੜ, ਜਿਸ ਨੂੰ ਅਸੀਂ ਹਿੰਦੀ ਵਿੱਚ ਬਾੜ ਆਖਦੇ ਹਾਂ, ਉਸ ਨੂੰ ਪੰਜਾਬੀ ਵਿੱਚ ਹੜ੍ਹ ਆਖਦੇ ਹਨ। ਹੜ੍ਹਾਂ ਤੋਂ ਕਿਵੇਂ ਬਚਾਉਂਦੇ ਹਨ? ਆਕਸੀਜਨ ਕਿਵੇਂ ਪੈਦਾ ਕਰਦੇ ਹਨ, ਜਿਹੜੇ ਮਨੁੱਖ ਦੇ ਸਾਹ ਲੈਣ ਲਈ ਬੇਹੱਦ ਜ਼ਰੂਰੀ ਹੈ। ਉਸਨੇ ਆਪਣਾ ਜੀਵਨ ਰੁੱਖਾਂ ਦੇ ਲੇਖੇ ਲਾ ਦਿੱਤਾ ਤੇ ਉਸਨੇ ਮਹਿਸੂਸ ਕੀਤਾ ਕਿ ਜਿਹੜੇ ਰੁੱਖਾਂ ਦੀ ਰੂਹਾਂ ਨੂੰ ਉਸਨੇ ਮਹਿਸੂਸ ਕੀਤਾ ਕਿ ਰੁੱਖ ਜੀਵਿਤ ਹਨ। ਰੁੱਖਾਂ ਨੇ ਦਰਦ ਨੂੰ ਉਸਨੇ ਸਮਝਿਆ। ਇਹ ਬੱਚੋ ਰੁੱਖ ਹੈ। ਸਾਨੂੰ ਪਤਾ ਹੈ ਜਿਹੜਾ ਸਾਡਾ ਵਾਤਾਵਰਨ ਹੈ ਉਸ ਦੇ ਰੁੱਖਾਂ ਦੀ ਘਾਟ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਵੀ ਲਾਣੇ ਚਾਹੀਦੇ ਹਨ। ਡਾਕਟਰ ਜਮਾਨੂ ਰੁੱਖਾਂ ਕੋਲ ਜਾਂਦਾ, ਖੋੜਾ ਜਾਂ ਤਣਿਆਂ ਨੂੰ ਸਾਫ਼ ਕਰਦਾ। ਡਾਕਟਰ ਜਿਹੜਾ ਜਮਾਨੂ ਸੀ ਬੱਚੋ ਰੁੱਖਾਂ ਦੇ ਕੋਲ ਜਾਂਦਾ। ਰੁੱਖਾਂ ਦੀ ਕਿਵੇਂ ਸੇਵਾ ਕਰਦਾ ਸੀ? ਉਹ ਰੁੱਖਾਂ ਦੇ ਕੋਲ ਜਾਂਦਾ, ਖੋੜਾਂ ਉਹਨਾਂ ਦੀ ਤਣੀਆਂ ਵਿੱਚ ਅਗਰ ਕੋਈ ਖੱਡਾ ਹੁੰਦਾ ਜਾਂ ਕੋਈ ਖੁੱਡ ਹੁੰਦੀ ਉਸ ਨੂੰ ਸਾਫ਼ ਕਰਦਾ, ਉਹਨਾਂ ਵਿੱਚ ਸਾਫ਼ ਸੁਥਰੀ ਮਿੱਟੀ ਭਰ ਕੇ ਨਵਾਂ ਜੀਵਨ ਪ੍ਰਦਾਨ ਕਰਦਾ। ਖਰਾਬ ਹੋਏ ਹਿੱਸਿਆਂ ਨੂੰ ਬੁਰਸ਼ ਨਾਲ ਸਾਫ਼ ਕਰਦਾ। ਉਹਨਾਂ ਦੀ ਲੋੜ ਅਨੁਸਾਰ ਖੁਰਾਕੀ ਤੱਤਾਂ ਦੇ ਟੀਕੇ ਵੀ ਲਗਾਉਂਦਾ। ਦਵਾਈਆਂ ਦਾ ਪ੍ਰਯੋਗ ਕਰਦਾ। ਉਸ ਦਾ ਇਹ ਮਤ ਸੀ ਕਿ ਮਨੁੱਖ ਵਾਂਗ ਹੀ ਰੁੱਖਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਉਸ ਦੇ ਇਸ ਢੰਗ ਨਾਲ ਪਹਿਲਾਂ ਵਿਦਵਾਨਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਨਜ਼ਰਅੰਦਾਜ਼ ਕਰਨਾ, ਅਣਦੇਖਾ ਕਰਨਾ। ਪਰੰਤੂ ਬਾਅਦ ਵਿੱਚ ਡਾਕਟਰ ਯਮਾਨੋ ਦੀ ਅਨੋਖੀ ਖੋਜ ਨੇ ਅਨੋਖੀ ਖੋਜ ਅਤੇ ਲਗਨ ਕੀ ਹੁੰਦੀ ਹੈ? ਦ੍ਰਿੜ ਸ਼ਕਤੀ ਨੂੰ ਵੇਖ ਕੇ ਉਸ ਨੂੰ ਰੁੱਖਾਂ ਦਾ ਡਾਕਟਰ ਕਿਹਾ ਜਾਣ ਲੱਗਾ। ਉਹ ਡਾਕਟਰ ਜੋ ਬੁੱਢੇ ਪੁਰਾਣੇ ਅਤੇ ਰੋਗੀ ਰੁੱਖਾਂ ਨੂੰ ਬਚਾਉਂਦਾ ਸੀ ਕਹਿ ਕੇ ਸਤਿਕਾਰਿਆ ਗਿਆ, ਮਾਨ ਪ੍ਰਾਪਤ ਕੀਤਾ। ਇਸੇ ਖੋਜ ਨੂੰ ਅੱਗੇ ਤੋਰ ਕੇ ਰੁੱਖਾਂ ਨੂੰ ਬਚਾਉਣ ਲਈ ਯਤਨ ਆਰੰਭ ਹੋ ਗਏ। ਹੁਣ ਬੱਚੋ ਡਾਕਟਰ ਜਮਾਨੂ ਰੁੱਖਾਂ ਦੀ ਕਿਵੇਂ ਸੇਵਾ ਕਰਦਾ ਸੀ, ਕਿਵੇਂ ਮਦਦ ਕਰਦਾ ਸੀ? ਉਹ ਰੁੱਖਾਂ ਦੇ ਕੋਲ ਜਾਂਦਾ, ਉਹਨਾਂ ਦੇ ਖੁੱਡਾਂ ਨੂੰ, ਉਹਨਾਂ ਨੂੰ ਤਣਿਆਂ ਨੂੰ ਵੇਖਦਾ ਕਿ ਉਸ ਤਣੇ ਵਿੱਚ ਕੋਈ ਖੁੱਡ ਤੇ ਨਹੀਂ ਹੈ, ਕੋਈ ਹੋਲ ਤੇ ਨਹੀਂ ਹੈ। ਫਿਰ ਉਸ ਨੂੰ ਸਾਫ਼ ਸੁਥਰੀ ਮਿੱਟੀ ਨਾਲ ਭਰਦਾ, ਉਸ ਦੇ ਖਰਾਬ ਹੋਏ ਹਿੱਸੇ ਨੂੰ ਬੁਰਸ਼ ਨਾਲ ਸਾਫ਼ ਕਰਦਾ ਤੇ ਉਹਨਾਂ ਨੂੰ ਲੋੜ ਦੇ ਅਨੁਸਾਰ ਟੀਕੇ ਲਗਾਉਂਦਾ, ਦਵਾਈਆਂ ਦਾ ਪ੍ਰਯੋਗ ਕਰਦਾ। ਉਸ ਦਾ ਇਹ ਮਤ ਸੀ ਕਿ ਮਨੁੱਖ ਵਾਂਗ ਹੀ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਉਸ ਦੇ ਇਸ ਢੰਗ ਨੂੰ ਪਹਿਲਾਂ ਵਿਦਵਾਨਾਂ ਨੇ ਨਜ਼ਰਅੰਦਾਜ਼ ਕਰ ਦਿੱਤਾ, ਪਰੰਤੂ ਬਾਅਦ ਵਿੱਚ ਡਾਕਟਰ ਜਮਾਨੋ ਦੀ ਇਸ ਅਨੋਖੀ ਖੋਜ ਅਤੇ ਲਗਨ ਨੂੰ ਵੇਖ ਕੇ ਉਸ ਨੂੰ ਰੁੱਖਾਂ ਦਾ ਡਾਕਟਰ ਕਿਹਾ ਗਿਆ। ਉਹ ਡਾਕਟਰ ਜੋ ਬੁੱਢੇ ਪੁਰਾਣੇ ਅਤੇ ਰੋਗੀ ਰੁੱਖਾਂ ਨੂੰ ਬਚਾਉਂਦਾ ਸੀ ਕਹਿ ਕੇ ਸਤਿਕਾਰਿਆ ਗਿਆ। ਇਸ ਖੋਜ ਨੂੰ, ਇਸ ਕਾਢ ਨੂੰ ਅੱਗੇ ਚੱਲਦੀ ਗਈ ਤੇ ਰੁੱਖਾਂ ਨੂੰ ਬਚਾਉਣ ਲਈ ਯਤਨ ਆਰੰਭ ਹੋ ਗਏ। ਅੱਗੇ ਹੈ ਬੱਚੋ ਡਾਕਟਰ ਯਮਾਨੂ ਦੀ ਜੀਵਨ ਕਾਲ ਦੀ ਇੱਕ ਬਹੁਤ ਹੀ ਕਰਾਮਾਤੀ ਘਟਨਾ ਇਤਿਹਾਸ ਦੇ ਪੰਨਿਆਂ 'ਤੇ ਉਕਰੀ ਹੋਈ ਹੈ। ਡਾਕਟਰ ਯਮਾਨੂ ਦੇ ਜੀਵਨ ਕਾਲ ਵਿੱਚ ਬੱਚੋ ਇੱਕ ਕਰਾਮਾਤੀ ਕੀ ਹੈ? ਅਦਭੁਤ ਘਟਨਾ ਹੋਈ ਜਿਹੜੀ ਇਤਿਹਾਸ ਦੇ ਵਿੱਚ ਪ੍ਰਸਿੱਧ ਹੈ। ਅਗਸਤ 1984 ਨੂੰ ਇੱਕ ਰਾਤ ਨੂੰ ਹੀਰੋਸ਼ੀਮਾ ਜਾਪਾਨ ਵਿੱਚ ਬਹੁਤ ਜ਼ੋਰਦਾਰ ਕਹਿਰੀ ਤੂਫਾਨ ਆਇਆ। ਬਹੁਤ ਗਰਜਵੀਂ ਆਵਾਜ਼ ਸਾਰੇ ਪਾਸੇ ਗੜਕ ਰਹੀ ਸੀ। ਕਾੜ ਕੇ ਰੁੱਖ ਟੁੱਟੇ ਜਾ ਰਹੇ ਸਨ, ਮਕਾਨ ਡਿੱਗ ਰਹੇ ਸਨ। ਸਭ ਕੁਝ ਤਹਿਸ ਨਹਿਸ ਹੋ ਗਿਆ। ਤਹਿਸ ਨਹਿਸ ਹੋ ਜਾਣਾ, ਨਸ਼ਟ ਹੋ ਜਾਣਾ, ਤਹਿਸ ਨਹਿਸ ਹੋ ਜਾਣਾ, ਨਸ਼ਟ ਹੋ ਜਾਣਾ। ਮਾਰੂ ਖੱਪੜ ਨੇ ਪਰਲੇ ਲਿਆ ਦਿੱਤੀ। ਮਾਰੂ ਖੱਪੜ ਨੇ ਚਾਰੋਂ ਤਰਫ ਤਬਾਹੀ ਹੋ ਗਈ। ਬਾਰਿਸ਼ ਤੇ ਗੜਕਤੀ ਆਵਾਜ਼ ਨਾਲ ਸਾਰਾ ਮਾਹੌਲ ਭੈਭੀਤ ਬਣ ਗਿਆ, ਭਿਆਨਕ, ਡਰਾਵਨਾ ਹੋ ਗਿਆ। ਅਚਾਨਕ ਬਹੁਤ ਵੱਡਾ ਧਮਾਕਾ ਹੋਇਆ।
ਜਿਵੇਂ ਅੰਬਰ ਪਾਟ ਗਿਆ ਹੋਵੇ। ਅਚਾਨਕ ਹੀ ਬਹੁਤ ਵੱਡੀ ਧਮਾਕਾ ਹੋਇਆ, ਜਿਵੇਂ ਕਿ ਆਸਮਾਨ ਫਟ ਗਿਆ ਹੋਵੇ। ਲੋਕੀ ਘਰਾਂ ਤੋਂ ਬਾਹਰ ਨਿਕਲ ਆਏ। ਕੀ ਵੇਖਦੇ ਹਨ ਕਿ ਚੀਨੀ ਨੈਟਲ ਦਾ ਇੱਕ ਬਹੁਤ ਵੱਡਾ ਪੁਰਾਣਾ ਰੁੱਖ ਧਰਤੀ 'ਤੇ ਜੜੋਂ ਉਖੜਿਆ ਪਿਆ ਹੈ। ਉਹ ਕੋਈ ਸਧਾਰਨ ਰੁੱਖ ਨਹੀਂ ਸੀ। ਹੀਰੋਸ਼ੀਮਾ ਦੀ ਜਦੋਂ ਐਟਮੀ ਤਬਾਹੀ ਹੋਈ ਸੀ ਤਾਂ ਬੰਬ ਦੇ ਝੁਲਸਾਵੇਂ ਧਮਾਕੇ ਨਾਲ ਉਸ ਰੁੱਖ ਦਾ ਅੱਧਾ ਤਣਾ ਸੜ ਕੇ ਕਾਲਾ ਪੈ ਗਿਆ ਸੀ। ਉਦੋਂ ਤੇ ਉਹ ਰੁੱਖ ਮੁਰਝਾਉਣ ਤੇ ਸੁੱਕਣ ਲੱਗ ਪਿਆ ਸੀ, ਪਰੰਤੂ ਮੋਤੋਮਾਚੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੇ ਇਸ ਦੀ ਸੰਭਾਲ ਕਰਕੇ ਉਸ ਰੁੱਖ ਨੂੰ ਬਚਾ ਲਿਆ। ਜਾਪਾਨ ਵਿੱਚ ਬੱਚਿਆਂ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਪਾਠਕ੍ਰਮਾਂ ਵਿੱਚ ਗਿਆਨ ਦੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹ ਸੰਕਟਾਂ ਤੋਂ ਘਬਰਾਉਂਦੇ ਨਹੀਂ ਹੈ। ਡਾਕਟਰ ਯਮਾਨੋ ਦੇ ਬੱਚੋ ਜੀਵਨ ਕਾਲ ਵਿੱਚ ਇੱਕ ਬੜੀ ਹੀ ਕਰਾਮਾਤੀ ਘਟਨਾ ਇਤਿਹਾਸ ਦੇ ਪੰਨਿਆਂ ਵਿੱਚ ਹੋਈ ਕਿ ਅਗਸਤ 1984 ਦੀ ਇੱਕ ਰਾਤ ਨੂੰ ਹੀਰੋਸ਼ੀਮਾ ਕਿਤੇ ਜਾਪਾਨ ਵਿੱਚ ਜ਼ੋਰਦਾਰ ਕਹਿਰੀ ਤੂਫਾਨ ਆਇਆ, ਬੜਾ ਭਿਆਨਕ ਤੂਫਾਨ ਆਇਆ। ਬੜੀ ਗਰਜੀ ਆਵਾਜ਼, ਚਾਰੋਂ ਤਰਫ ਬਿਜਲੀ ਗੜਗੜ ਦੀ ਆਵਾਜ਼ ਨਾਲ ਗੜਕ ਰਹੀ ਹੈ। ਕਾੜ ਕਾੜ ਕੇ ਵੱਡੇ ਵੱਡੇ ਰੁੱਖ ਟੁੱਟੇ ਜਾ ਰਹੇ ਸਨ, ਮਕਾਨ ਡਿੱਗ ਰਹੇ ਸਨ, ਸਭ ਕੁਝ ਤਹਿਸ ਨਹਿਸ, ਸਭ ਕੁਝ ਨਸ਼ਟ ਹੋ ਰਿਹਾ ਸੀ। ਹਰ ਪਾਸੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਪਰਲੋ ਆ ਗਈ ਹੋਈ। ਬਾਰਿਸ਼ ਤੇ ਗੜਕਤੀ ਆਵਾਜ਼ ਨਾਲ ਸਾਰਾ ਮਾਹੌਲ ਭੈਭੀਤ ਹੋ ਗਿਆ, ਡਰਾਵਨਾ ਹੋ ਗਿਆ। ਅਚਾਨਕ ਬਹੁਤ ਵੱਡਾ ਧਮਾਕਾ ਹੋਇਆ, ਬਹੁਤ ਵੱਡੀ ਇੱਕ ਡਰਾਵਨੀ ਜੀ ਆਵਾਜ਼ ਆਈ। ਉਸ ਆਵਾਜ਼ ਤੋਂ ਇਵੇਂ ਲੱਗਿਆ ਜਿਵੇਂ ਆਸਮਾਨ ਫਟ ਗਿਆ ਹੈ। ਲੋਕੀ ਘਰਾਂ ਤੋਂ ਬਾਹਰ ਨਿਕਲ ਆਏ। ਕੀ ਵੇਖਦੇ ਹਨ ਕਿ ਇੱਕ ਚੀਨੀ ਨੈਟਲ ਦਾ ਇੱਕ ਬਹੁਤ ਵੱਡਾ ਰੁੱਖ ਧਰਤੀ 'ਤੇ ਜੜੋਂ ਉਖੜਿਆ ਪਿਆ ਸੀ। ਉਹ ਕੋਈ ਸਧਾਰਨ ਰੁੱਖ ਨਹੀਂ ਸੀ। ਹੀਰੋਸ਼ੀਮਾ 'ਤੇ ਜਦੋਂ ਐਟਮੀ ਤਬਾਹੀ ਹੋਈ ਸੀ ਤੇ ਬੰਬ ਦੇ ਝੁਲਸਾਵੇਂ ਧਮਾਕੇ ਨਾਲ ਇਸ ਰੁੱਖ ਦਾ ਅੱਧਾ ਤਣਾ ਸੜ ਕੇ ਕਾਲਾ ਪੈ ਗਿਆ ਸੀ। ਜਦੋਂ ਤੇ ਇਹ ਰੁੱਖ ਮੁਰਝਾਉਣ ਤੇ ਸੁੱਕਣ ਲੱਗ ਪਿਆ ਸੀ, ਪਰੰਤੂ ਮੋਤੋਮਾਚੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੇ, ਕਿਹੜਾ ਸਕੂਲ ਹੈ ਬੱਚੋ? ਮੋਤੋਮਾਚੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੇ ਇਸ ਦੀ ਸੰਭਾਲ ਕਰਕੇ ਇਸ ਨੂੰ ਬਚਾਇਆ। ਜਾਪਾਨ ਵਿੱਚ ਬੱਚਿਆਂ ਨੂੰ, ਕਿਉਂਕਿ ਜਾਪਾਨ ਵਿੱਚ ਬੱਚੋ ਸਮੁੰਦਰ ਦੇ ਕਿਨਾਰੇ ਹੈ, ਉੱਥੇ ਸਮੁੰਦਰੀ ਤੂਫਾਨ ਆਉਂਦੇ ਰਹਿੰਦੇ ਹਨ ਤੇ ਇਸ ਕਰਕੇ ਬੱਚਿਆਂ ਨੂੰ ਕੁਦਰਤੀ ਆਫਤਾਂ ਜਿਵੇਂ ਸੁਨਾਮੀ ਲਹਿਰ ਕੁਝ ਵੀ ਆ ਜਾਏ, ਉਹਨਾਂ ਮੁਸੀਬਤਾਂ ਤੋਂ ਬਚਣ ਲਈ ਉਹਨਾਂ ਦੇ ਪਾਠਿਆਕ੍ਰਮਾਂ ਵਿੱਚ, ਉਹਨਾਂ ਦਾ ਜਿਹੜਾ ਸਿਲੇਬਸ ਹੈ ਉਸ ਵਿੱਚ ਗਿਆਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹ ਸੰਕਟਾਂ ਤੋਂ, ਉਹ ਮੁਸੀਬਤਾਂ ਤੋਂ ਘਬਰਾਉਂਦੇ ਨਹੀਂ। ਇਹ ਹੈ ਬੱਚੋ ਅੱਜ ਦਾ ਸਾਡਾ ਪਾਸ। ਅੱਜ ਲੋਕ ਚਾਹੁੰਦੇ ਸਨ, ਇਹ ਬੱਚੋ ਤੁਸੀਂ ਚਿੱਤਰ ਵੇਖ ਰਹੇ ਹੋ, ਇਸ ਚਿੱਤਰ ਵਿੱਚ ਇਹ ਰੁੱਖ ਹੇਠਾਂ ਗਿਰਿਆ ਪਿਆ ਹੈ। ਇਸ ਰੁੱਖ ਨੂੰ ਗਿਰਨ ਦੇ ਨਾਲ, ਕੁਦਰਤੀ ਤੂਫਾਨ ਦੇ ਨਾਲ ਇਹ ਰੁੱਖ ਹੇਠਾਂ ਗਿਰਿਆ ਪਿਆ ਹੈ। ਲੋਕ ਚਾਹੁੰਦੇ ਸਨ ਕਿ ਇਹ ਰੁੱਖ ਉਦੋਂ ਤੋਂ ਮਾਰ ਜਲਦਾ ਹੋਇਆ ਆ ਰਿਹਾ ਸੀ, ਇਸ ਲਈ ਜਿੰਦਾ ਰਹਿਣਾ ਚਾਹੀਦਾ ਹੈ। ਲੋਕ ਕੀ ਚਾਹੁੰਦੇ ਸਨ ਕਿ ਇਹ ਰੁੱਖ ਉਸ ਸਮੇਂ ਤੋਂ, ਜਦੋਂ ਤੂਫਾਨ ਆਇਆ ਉਸ ਤੋਂ ਉਸ ਸਮੇਂ ਤੋਂ ਇਹ ਮਾਰ ਜਲਦਾ ਪਿਆ ਸੀ। ਇਸ ਨੂੰ ਐਟਮੀ ਤਬਾਹੀ ਨੂੰ, ਇਸ ਨੂੰ ਬਚਾਉਣਾ ਚਾਹੀਦਾ ਹੈ, ਇਸ ਲਈ ਜਿੰਦਾ ਰਹਿਣਾ ਚਾਹੀਦਾ ਹੈ। ਹੀਰੋਸ਼ੀਮਾ ਦੀ ਐਟਮੀ ਬੰਬ ਦੀ ਇਹ ਰੁੱਖ ਇੱਕ ਇਤਿਹਾਸਿਕ ਨਿਸ਼ਾਨੀ ਹੈ ਜਿਸ ਨੂੰ ਜਾਪਾਨੀ ਲੋਕ ਕਾਇਮ ਰੱਖਣਾ ਚਾਹੁੰਦੇ ਸਨ। ਬੱਚੋ ਅੱਜ ਅਸੀਂ ਰੁੱਖਾਂ ਦਾ ਰਾਖਾ ਡਾਕਟਰ ਯਮਾਨੋ ਦਾ ਇੰਨਾ ਹੀ ਪਾਠ ਪੜ੍ਹਾਂਗੇ।